ਤੇ ਇਹਦੇ ਵਿੱਚ ਜਿਹੜੇ ਵੀ ਐਮਪੀਜ਼ ਦਾ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ, ਸਰਦਾਰ ਗੁਰਜੀਤ ਸਿੰਘ ਔਜਲਾ, ਠੀਕ ਹੈ, ਜਿਨ੍ਹਾਂ ਨੇ ਸਾਈਨ ਕਰ ਚੁੱਕੇ ਆ, ਕਿਉਂਕਿ ਹੋਮ ਮਿਨਿਸਟਰ ਨੇ ਕਿਹਾ ਸੀਗਾ ਕਿ ਸਾਈਨ ਕਰਕੇ ਦੇਣ ਐਮਪੀਜ਼ ਪੰਜਾਬ ਦੇ, ਤਾਂ ਪ੍ਰੋਸੈਸ ਜਿਹੜਾ ਸ਼ੁਰੂ ਹੋਏਗਾ। ਠੀਕ ਹੈ, ਉਹਨਾਂ ਵਿੱਚ ਸਰਦਾਰ ਗੁਰਜੀਤ ਸਿੰਘ ਔਜਲਾ ਸਭ ਤੋਂ ਪਹਿਲੇ ਸੀ ਜਿਨ੍ਹਾਂ ਨੇ ਆਵਾਜ਼ ਉਠਾਈ। ਉਹਨਾਂ ਦੇ ਨਾਲ ਹੋਰ ਜਿਹੜਾ ਅਸਿਸਟ ਕੀਤਾ ਉਹਨਾਂ ਨੂੰ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਔਰ ਧਰਮਵੀਰ ਗਾਂਧੀ, ਠੀਕ ਹੈ, ਸ਼੍ਰੀਮਤੀ ਹਰਸਿਮਰਤ ਕੌਰ ਬਾਦਲ, ਇਹਨਾਂ ਸਭ ਨੇ ਸਾਈਨ ਹੋ ਚੁੱਕੇ ਆ, ਜਿਹੜੇ ਕਿ ਇਹਨਾਂ ਦਾ ਬਹੁਤ ਬਹੁਤ ਥੈਂਕਸ। ਔਰ ਮੈਂ ਬਾਕੀਆਂ ਨੂੰ ਵੀ ਕਹਿੰਦੀ ਆ ਕਿ ਜੇ ਤੁਹਾਡੇ ਮਨ 'ਚ ਹਮਦਰਦੀ ਹੈਗੀ ਆ, ਮੈਂ ਬੇਨਤੀ ਕਰਦੀ ਆ ਕਿ ਉਹ ਵੀ ਇਹ ਸਾਈਨ ਕਰਨ। ਤੁਸੀਂ ਆ ਮੇਰੇ ਬੱਚਿਆਂ ਵੱਲ ਦੇਖੋ, ਇਹਨਾਂ ਨੂੰ ਇਨਸਾਫ ਦਿਓ, ਤੇ ਇਨਸਾਫ ਮੈਨੂੰ ਸੀਬੀਆਈ ਤੋਂ ਹੀ ਉਮੀਦ ਆ ਕਿ ਉਹੀ ਕਰੇ। ਠੀਕ ਹੈ, ਇਹਨਾਂ ਦੇ ਵਿੱਚ ਜਿਨ੍ਹਾਂ ਨੂੰ ਮੈਂ ਰਿਕੁਐਸਟ ਕਰਦੀ, ਉਹਨਾਂ ਦੇ ਵੀ ਮੈਂ ਨਾਂ ਲੈਣਾ ਚਾਹੁੰਦੀ ਆ। ਰਾਜਾ ਵੜਿੰਗ ਜੀ, ਸ਼ੇਰ ਸਿੰਘ ਘੁਬਾਇਆ ਜੀ, ਡਾਕਟਰ ਅਮਰ ਸਿੰਘ, ਠੀਕ ਹੈ। ਉਸ ਤੋਂ ਬਾਅਦ ਵਾਰਿਸ ਪੰਜਾਬ ਦੇ ਜਿਹੜੇ ਹੈਗੇ ਆ ਸਰਬਜੀਤ ਸਿੰਘ ਜੀ ਖਾਲਸਾ ਤੇ ਅੰਮ੍ਰਿਤਪਾਲ ਸਿੰਘ। ਤੇ ਆਪ ਦੇ ਜਿਹੜੇ ਐਮਪੀਜ਼ ਆ, ਮੈਨੂੰ ਲੱਗਦਾ ਕਿ ਤੁਹਾਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਠੀਕ ਹੈ, ਮੈਂ ਕਿਸੇ ਪੋਲੀਟੀਕਲ ਪਾਰਟੀ ਨਾਲ ਬਿਲੋਂਗ ਨਹੀਂ ਕਰਦੀ, ਮੈਂ ਇੱਕ ਆਮ ਘਰ ਦੇ ਆ। ਸਾਡੇ ਨਾਲ ਕੀ ਕੁਝ ਹੋਇਆ, ਇੱਕ ਸਿੰਪਥੀ ਜਿਹੜੀ ਆ ਉਹਦੇ ਬੇਸਿਸ ਤੇ ਸਰਦਾਰ ਮਲਵਿੰਦਰ ਸਿੰਘ ਕੰਗ, ਮੀਤ ਹੇਅਰ ਐਂਡ ਰਾਜਕੁਮਾਰ ਚੱਬੇਵਾਲ ਜਿਹੜੇ ਕਿ ਮੇਰੇ ਆਪਣੇ ਇਲਾਕੇ ਚੋਂ ਹੁਸ਼ਿਆਰਪੁਰ ਤੋਂ ਆ। ਮੈਂ ਵੀ ਹੁਸ਼ਿਆਰਪੁਰ ਤੋਂ ਆ, ਬੇਸਿਕਲੀ ਮੇਰੇ ਪੇਰੈਂਟਸ ਹੁਸ਼ਿਆਰਪੁਰ ਦੇ ਆ। ਠੀਕ ਹੈ, ਇਹ ਸਾਰਿਆਂ ਨੂੰ ਮੈਂ ਔਰ ਰਾਜ ਸਭਾ ਦੇ ਮੈਂਬਰਸ ਨੂੰ ਵੀ ਰਿਕੁਐਸਟ ਕਰਦੀ ਆ ਕਿ ਉਹ ਵੀ ਇਸ ਜਿਹੜੀ ਆ ਸੀਬੀਆਈ ਇਨਕੁਆਇਰੀ ਦੀ ਮੇਰੇ ਵਿੱਚ ਰਿਕੁਐਸਟ ਕਰਦੀ ਉਹਨਾਂ ਨੂੰ ਵੀ। ਤੁਹਾਨੂੰ ਪਤਾ ਕਿ ਡਿਲੇ ਹੋਇਆ ਔਰ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਮਿਲ ਰਹੀ ਹੈ ਭੁੱਲਰ ਨੂੰ। ਉਹਨਾਂ ਦੇ ਪਿੱਛੇ ਉਹ ਕਿਸ ਤਰ੍ਹਾਂ ਪੇਸ਼ ਹੋਏ ਅਦਾਲਤ 'ਚ, ਤੁਸੀਂ ਦੇਖਿਆ ਹੈ। ਕਿੰਨੇ ਬੰਦੇ ਉਹਨਾਂ ਦੇ ਇਨਕਲਾਬ ਜਿੰਦਾਬਾਦ ਦੇ ਨਾਰੇ ਕਿਹੜੇ ਬੇਸਿਸ ਤੇ ਲੱਗੇ ਆ, ਵੀ ਕੀ ਕੀਤਾ ਉਹਨਾਂ ਨੇ? ਹਾਂ, ਮੇਰਾ ਪਰਿਵਾਰ ਜਿਹੜਾ ਉਜਾੜਿਆ ਆ, ਵੀਡੀਓ ਤੋਂ ਕਾਚ ਪਾ ਕੇ ਲਿਆਂਦਾ ਰਿਹਾ, ਗੱਡੀਆਂ ਦੇ ਬੂਹੇ ਤੇ ਲਾਈਆਂ, ਵੀਡੀਓ ਨੂੰ ਦੂਰ ਰੱਖਿਆ ਗਿਆ। ਉਹੀ ਨਾ, ਇਦਾਂ ਤੇ ਸਾਰੀ ਜਨਤਾ ਨੂੰ ਮੈਂ ਕਹਿੰਨੀ ਵੀ ਉੱਥੇ ਪਹੁੰਚੋ ਜਦੋਂ ਜਾਂਦਾ ਆ। ਇਨਕਲਾਬ ਵਾਲੀ ਕਿਹੜੀ ਗੱਲ ਕੀਤੀ ਉਹਨੇ, ਜਿਹੜਾ ਕਿ ਬਹੁਤ ਗਲਤ ਹੈ, ਸਭ ਨੂੰ ਪਤਾ ਹੈ। ਇਹ ਤਾਂ ਹੁਣ ਮੈਂ ਥੋੜਾ ਦੱਸ ਸਕਦੀ, ਤੇ ਸਾਰੀ ਜਨਤਾ ਨੂੰ ਪਤਾ ਆ ਕਿ ਕੀ ਹੋ ਰਿਹਾ ਮੇਰੇ ਨਾਲ, ਮੇਰੇ ਬੱਚਿਆਂ ਨਾਲ। ਇਹਨਾਂ ਦੇ ਮੂੰਹ ਦੇਖੋ ਤੁਸੀਂ, ਆ ਮਦਰ ਇਨ ਲਾਅ ਮੇਰੇ ਜਿਹੜੇ ਕਿ ਭੁੱਲ ਹੀ ਨਹੀਂ ਰਹੇ, ਘੜੀ ਘੜੀ ਰੋਂਦੇ ਆ। ਦੇਖੋ, ਰਾਜਾ ਵੜਿੰਗ ਇੰਨਾ ਡਰਦਾ ਹੈ, ਮੈਂ ਹੈਰਾਨ ਆ ਕਾਂਗਰਸ ਦੇ। ਤੁਸੀਂ ਇਹੋ ਜਿਹਾ ਪ੍ਰਧਾਨ ਬਣਾਇਆ, ਇੱਕ ਦਬਕਾ ਮਾਰਿਆ ਕਿ ਭਗਵੰਤ ਮਾਨ ਨੇ, ਤੇ ਨਾਲ ਦੇ ਨਾਲ ਆਪਣਾ ਪਾਰਟੀ ਦਾ ਸਟੈਂਡ ਹੀ ਬਦਲ ਦਿੱਤਾ। ਸਾਰੇ ਐਮਪੀਆਂ ਨੇ ਲਿਖ ਕੇ ਦਿੱਤਾ ਹੈ ਹੋਮ ਮਿਨਿਸਟਰ ਨੂੰ ਸੀਬੀਆਈ ਜਾਂਚ। ਭਗਵੰਤ ਮਾਨ ਨੇ ਕੱਲ ਦਬਕਾ ਮਾਰਿਆ ਸੀ ਨਾ ਕਿ ਮੈਨੂੰ ਪਤਾ ਰਾਜਾ ਵੜਿੰਗ ਨੇ ਤੇ ਸਾਲੇ ਨੇ ਫਰੀਦਕੋਟ ਵਿੱਚ ਸੁਸਾਈਡ ਦੇ ਵਿੱਚ ਉਹਦਾ ਹੱਥ ਸੀ, ਤੇ ਬੱਸਾਂ ਦੀ ਬੋਡੀਆਂ ਦੀ ਮੇਰੀ ਫਾਈਲ ਪਈ ਹੈ। ਪ੍ਰਧਾਨ ਉਹਨਾਂ ਦਾ ਮੁੱਕਰ ਗਿਆ, ਉਹਦੀ ਬੋਲੀ ਬੋਲਣ ਲੱਗ ਗਿਆ ਭਗਵੰਤ ਮਾਨ ਦੀ। ਇਹ ਜਿਹੜੀ ਪਾਰਟੀ ਦੇ ਪ੍ਰਧਾਨ ਹੋਣਗੇ, ਪਾਰਟੀ ਤਾਂ ਹੀ ਡੁੱਬੂਗੀ। ਦੇਖੋ, ਅੱਜ ਬੜੀ ਇਹ ਚਿੰਤਾ ਦੀ ਗੱਲ ਵੀ ਆ, ਹੈਰਾਨੀ ਦੀ ਗੱਲ ਵੀ ਆ। ਕਾਂਗਰਸ ਪਾਰਟੀ ਦਾ ਪ੍ਰਧਾਨ ਪੰਜਾਬ ਦਾ ਰਾਜਾ ਵੜਿੰਗ, ਜਿਹੜੇ ਮੈਂਬਰ ਪਾਰਲੀਮੈਂਟ ਵੀ ਨੇ, ਉਹ ਕਹਿ ਰਹੇ ਆ ਬਈ ਬਿਲਕੁਲ ਸੀਬੀਆਈ ਇਨਕੁਆਇਰੀ ਨਹੀਂ ਚਾਹੀਦੀ, ਮੈਨੂੰ ਇਹ ਤੇ ਕੋਈ ਵਿਸ਼ਵਾਸ ਨਹੀਂ। ਮੈਂ ਪ੍ਰਧਾਨ ਸਾਹਿਬ ਤੇ ਐਮਪੀ ਸਾਹਿਬ ਨੂੰ ਅਦਬ ਨਾਲ ਇਹ ਕਹਿਣਾ ਚਾਹੁੰਦਾ, ਇਹ ਜਿਹੜੀ ਡਿਮਾਂਡ ਆ, ਤੁਹਾਨੂੰ ਵਿਸ਼ਵਾਸ ਨਾ ਹੋਵੇ, ਇਹ ਡਿਮਾਂਡ ਜਿਹੜੀ ਕੀਤੀ ਆ, ਇਹ ਪਰਿਵਾਰ ਨੇ ਕੀਤੀ ਆ। ਗਗਨਦੀਪ ਦੇ ਜਿਹੜੇ ਆਪਣੀ ਜਾਨ ਦੇਤੀ, ਉਹਨਾਂ ਦੀ ਧਰਮ ਪਤਨੀ, ਉਹਨਾਂ ਦੇ ਬੱਚੇ, ਉਹਨਾਂ ਦੇ ਪਰਿਵਾਰ ਨੇ ਡਿਮਾਂਡ ਕੀਤੀ ਆ ਵੀ ਸਾਨੂੰ ਸੀਬੀਆਈ ਇਨਕੁਆਇਰੀ ਚਾਹੀਦੀ ਆ। ਤਾਂ ਅਸੀਂ ਹਾਊਸ ਦੇ ਵਿੱਚ ਇਹ ਗੱਲ ਰੱਖੀ, ਮੈਂ ਬੜੇ ਜ਼ੋਰ ਸ਼ੋਰ ਨਾਲ ਰੱਖੀ, ਤੇ ਐਚਐਮ ਸਾਹਿਬ ਨੇ ਇਹ ਗੱਲ ਕਹੀ ਵੀ ਜੇ ਮੈਂਬਰ ਪਾਰਲੀਮੈਂਟ ਲਿਖ ਕੇ ਦਿੰਦੇ ਆ ਤਾਂ ਇਹਦੇ ਉੱਤੇ ਫੈਸਲਾ ਕੀਤਾ ਜਾਊਗਾ। ਤੇ ਤੁਹਾਡੇ 4 ਮੈਂਬਰ ਪਾਰਲੀਮੈਂਟ, ਇੱਕ ਮੈਂਬਰ ਪਾਰਲੀਮੈਂਟ ਜਿਹੜਾ ਏ ਉਹ ਉਸ ਜਗ੍ਹਾ ਤੋਂ ਆ, ਗੁਰਜੀਤ ਸਿੰਘ ਔਜਲਾ। ਦੂਜਾ ਮੈਂਬਰ ਪਾਰਲੀਮੈਂਟ ਜਨਰਲ ਸੈਕਟਰੀ ਆ ਤੁਹਾਡਾ AICC ਦਾ। ਤੀਜਾ ਤੁਹਾਡਾ CWC ਮੈਂਬਰ ਆ। ਚੌਥੇ ਧਰਮਵੀਰ ਗਾਂਧੀ ਆ। ਤੇ ਤੁਸੀਂ ਉਹਨਾਂ ਨੂੰ ਅੱਜ ਤੁਹਾਡੀ ਪਾਰਟੀ ਦਾ ਹਾਲ ਕੀ ਆ? ਤੁਹਾਨੂੰ ਤਾਂ ਮਤਲਬ ਕੋਈ ਐ ਆ ਜਿਵੇਂ ਕੋਈ ਗੱਲ ਹੀ ਨਹੀਂ ਹੈ। ਤੁਹਾਨੂੰ ਪਤਾ ਵੀ ਪਾਰਟੀ ਦਾ ਐਸਾ ਜਨਾਜ਼ਾ। ਉਧਰ ਪ੍ਰਤਾਪ ਬਾਜਵਾ ਜੀ ਤੁਹਾਡੇ CLP ਲੀਡਰ ਨੇ, ਉਹਨਾਂ ਨੇ ਕਿਹਾ, ਤੇ ਕਿਤੇ ਨਾ ਕਿਤੇ ਗਲ 'ਚ ਜਿਹੜਾ ਇਹ ਹੱਥ ਪਾਇਆ ਹੋਇਆ ਏ। ਅੱਜ ਹੋਰ ਪਤਾ ਲੱਗ ਗਿਆ ਭਗਵੰਤ ਮਾਨ ਦਾ ਬੰਦੂਆ ਮਜ਼ਦੂਰ ਤੇ ਭਗਵੰਤ ਮਾਨ ਦਾ ਤੋਤਾ ਏ। ਇਹ ਕਾਂਗਰਸ ਪਾਰਟੀ
ਅੱਜ ਸਾਰੀ ਕਾਂਗਰਸ ਪਾਰਟੀ ਆ ਜਿਹੜੀ ਵਰਕਰ ਨੇ ਪੰਜਾਬ ਦੇ, ਅੱਜ ਦੇਖ ਲਓ ਤੁਹਾਡੇ ਪੱਲੇ ਕੀ ਰਹਿ ਗਿਆ। ਪੰਜਾਬ ਦੀਆਂ ਮਾਵਾਂ ਭੈਣਾਂ ਬੱਚੇ ਉਹਨਾਂ ਦੇ ਇਨਸਾਫ ਮੰਗ ਰਹੇ ਆ ਤੇ ਤੁਹਾਡਾ ਪ੍ਰਧਾਨ ਇਹ ਕਹਿ ਰਿਹਾ ਵੀ ਮੈਨੂੰ ਤਾਂ ਵਿਸ਼ਵਾਸ ਹੀ ਨਹੀਂ। ਸਾਰਾ ਪੰਜਾਬ ਇਸ ਮੁੱਦੇ ਤੇ ਖੜਾ ਏ ਤੇ ਕੱਲਾ ਪ੍ਰਧਾਨ ਕੇਜਰੀਵਾਲ ਦਾ ਪਿੱਠੂ ਬਣ ਕੇ ਭਗਵੰਤ ਮਾਨ ਦਾ ਜਿਹੜਾ ਉਹਨੇ ਇਹਨੂੰ ਫੜਿਆ ਹੋਇਆ, ਜਿਹੜਾ ਵਿਧਾਨ ਸਭਾ 'ਚ ਕਿਹਾ ਨਾ ਪਾ ਅੱਖਾਂ ਵੀ ਦੇਖ ਤੇਰੇ ਭਾਈ ਕੱਲ ਨੂੰ ਹੀ ਬੱਸ ਬੋਡੀ ਦਾ ਦੂਜਾ ਜਿਹੜਾ ਤੁਹਾਡਾ ਨਾਲ ਰੌਲਾ ਪੈ ਰਿਹਾ ਸਪੋਕਸਪਰਸਨ ਜਿਹੜਾ ਏ ਮੇਨ ਸਪੋਕਸਪਰਸਨ ਜਿਹੜਾ ਏ ਪਟਿਆਲੇ ਤੋਂ, ਉਹਨਾਂ ਨੇ ਆਮ ਆਦਮੀ ਪਾਰਟੀ ਦੇ ਇਹ ਗੱਲ ਕਹੀ ਬਈ ਰਾਜਾ ਵੜਿੰਗ ਸਾਹਿਬ ਜਿਹੜੇ ਤੁਸੀਂ ਇੱਕ ਪਰਿਵਾਰ ਖਤਮ ਕੀਤਾ, ਇੱਕ ਬਾਪ ਉਹਨੇ ਤੰਗ ਹੋ ਕੇ ਥੋਤੋਂ ਆਪਣੇ ਵਾਈਫ ਨੂੰ ਤੇ 2 ਬੱਚਿਆਂ ਨੂੰ ਉਹਨਾਂ ਨੂੰ ਉਹਨੇ ਮਾਰ ਕੇ ਸੁਸਾਈਡ ਕੀਤਾ ਤੇ ਤੁਹਾਡੇ ਤੇ ਉਹ ਕਿਤੇ ਨਾ ਕਿਤੇ ਸੀਐਮ ਨੇ ਤੇ ਕੇਜਰੀਵਾਲ ਨੇ ਦੋਨਾਂ ਨੇ ਜਿਹੜੇ ਇਕੱਠੇ ਨੇ ਕੱਲ ਦੇ ਅੱਜ ਗਏ ਹੋਏ ਆ ਤੇ ਉਹਨਾਂ ਨੇ ਤੁਹਾਡੇ ਕਿਤੇ ਇਹ ਚੂੜੀ ਕਸੀ ਆ। ਤੇ ਨਹੀਂ ਤੁਹਾਡੀ ਕੀ ਮਜਬੂਰੀ ਹੋਊਗੀ ਉਹ ਭਗਤ ਸਿੰਘ ਜੀ ਦੇ ਸਥਾਨ ਤੇ, ਪਵਿੱਤਰ ਸਥਾਨ ਤੇ, ਜਿਨ੍ਹਾਂ ਨੇ ਇਸ ਦੇਸ਼ ਲਈ, ਇਸ ਦੇਸ਼ ਦੇ ਲੋਕਾਂ ਲਈ ਕੁਰਬਾਨੀ ਦਿੱਤੀ, ਤੁਸੀਂ ਉਸ ਭਗਤ ਸਿੰਘ ਜੀ ਦੇ ਸਥਾਨ ਤੇ ਖੜ ਕੇ ਇਹ ਕਹਿ ਰਹੇ ਹੋ। ਮੈਂ ਸਾਰੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਡਾ ਇਸ ਗੱਲ ਤੇ, ਉਹ ਕਹਿੰਦਾ ਮੈਂਬਰ ਪਾਰਲੀਮੈਂਟਾਂ ਦੀ ਮੈਨੂੰ ਕੋਈ ਪਰਵਾਹ ਨਹੀਂ, ਜਿਹੜੇ ਗੱਲ ਕਰਦੇ ਆ ਮੇਰੀ ਪਾਰਟੀ ਦੇ ਮੈਨੂੰ CLP ਦੀ ਪਰਵਾਹ ਨਹੀਂ। ਤੇ ਹੁਣ ਤੁਸੀਂ ਭਾਈ ਆਪ ਦੇਖ ਲਓ ਇਹ ਹਾਲਾਤ ਕੀ ਨੇ। ਇਹ ਜੇ ਸਾਨੂੰ ਤਾਂ ਬਹੁਤ ਵਧੀਆ ਏ, ਸਾਨੂੰ ਤਾਂ ਐਸਾ ਬੰਦਾ ਬੜਾ ਸੂਟ ਕਰਦਾ ਹੈ ਜੇ ਇਹ ਪਾਰਟੀ ਕਾਂਗਰਸ ਦਾ ਪ੍ਰਧਾਨ ਰਹੇ ਤੇ ਇਹੋ ਜਿਹੇ ਚੰਦ ਚਾੜਦਾ ਰਹੇ, ਇਹੋ ਜਿਹੀਆਂ ਗਦਾਰੀਆਂ ਪੰਜਾਬ ਨਾਲ, ਇਹ ਗਦਾਰੀ ਦੀ ਗੱਲ ਕਰਦੇ, ਇਹ ਆ ਗਦਾਰੀ। ਇਹ ਸਭ ਤੋਂ ਵੱਡੀ ਗਦਾਰੀ ਜਿਹੜੀ ਆ ਇਹ ਅੱਜ ਰਾਜਾ ਵੜਿੰਗ ਨੇ ਆ ਕੇ ਸਾਰੇ ਪੰਜਾਬ ਦੇ ਧੀਆਂ ਨਾਲ, ਪੰਜਾਬ ਦੇ ਬੱਚਿਆਂ ਨਾਲ ਗਦਾਰੀ ਕੀਤੀ ਆ। ਇਹ ਜਿਵੇਂ ਅੰਗਰੇਜ਼ ਹੁੰਦੇ ਸੀ ਨਾ, ਅੰਗਰੇਜ਼ ਵਿੱਚੋਂ ਰੱਖਦੇ ਸੀ ਸੂਏ, ਜਾਂ ਅੰਗਰੇਜ਼ ਜਿਹੜੀਆਂ ਕਾਲੀਆਂ ਭੇਡਾਂ ਰੱਖਦੇ ਸੀ, ਇਹ ਸਭ ਤੋਂ ਵੱਡੀ ਕਾਲੀ ਭੇਡ ਆ ਜਿਹੜੀ ਇਹ ਰਾਜਾ वड़िंग। आम आदमी पार्टी की सत्ता की लालसा, लोभ और पैसा इकट्ठा करने की इस हद तक लालच हो चुका है कि इसकी भेंट अब लोग, पहले तो लूटे जाते थे, पैसे लूटे जाते थे, करप्शन की जाती थी, अब लोगों की जान भी जाने लगी है। मैं ये विषय आपके सामने लाना चाहता हूं पंजाब स्टेट वेयर हाउसिंग कॉर्पोरेशन के जनरल मैनेजर गगनदीप सिंह रंधावा का। गगनदीप सिंह रंधावा एक जनरल मैनेजर हैं और वहां के एक मंत्री जो चाहते थे कि टेंडर उनके परिवार को मिले, उन्होंने गगनदीप सिंह रंधावा के ऊपर जबरन मारपीट करना और उसके ऊपर उसको दबाव बनाना शुरू किया। कैसे शुरुआत होती है? ये एक टेक्निकल टेंडर था जिसके अंदर वेयर हाउसिंग कॉर्पोरेशन को काम देना था, लेकिन वहां के मंत्री जो हैं उन्होंने दबाव बनाया और कहा कि यह टेंडर मेरे पिताजी के नाम से दिया जाए। उन्होंने 13 मार्च को, जब गगनदीप रंधावा का बस नहीं चला, तो गगनदीप रंधावा ने 13 मार्च 2026 को इस दुर्व्यवहार और धमकियों की जानकारी अपने ऊपर दी। इसके बाद फिर बिना सुनाई तो 14 मार्च को फिर से उन्होंने एमडी वेयर हाउसिंग गौतम जैन को इसकी जानकारी भेजी कि किस तरह से मंत्री मेरे पे दबाव बना रहा है और मेरे को मारपीट करने की धमकियां दे रहा है। इस पे भी ना हुई तो उन्होंने 14 तारीख को फिर से एक चिट्ठी वहां की एम्प्लॉय यूनियन विनीत शर्मा को भेजकर कहा कि मेरे को बचाया जाए। इसके बावजूद भी नहीं कोई बचाव हुआ तो 16 मार्च 2026 को उन्होंने चौथा पत्र डीसी तरनतारन को भेजा, जिसमें उन्होंने कहा कि उनके जीवन और उनके परिवार के जीवन को खतरों से खतरा है और उनको बचाने की कृपा की जाए। इस पे भी कोई कार्रवाई नहीं हुई। इसी के चलते गगनदीप सिंह रंधावा ने सल्फास खाकर सुसाइड कर ली। क्यों करी? उसको अपने घर पर बंधक बनाया लालजीत सिंह ने, जो मंत्री है वहां के, उसको बंधक बनाकर उसके कनपट्टी पे बंदूक लगाई गई और उसको कहा गया एक वीडियो बनाओ जिसमें कहो कि मैंने 10 लाख रिश्वत मांगी है। बताइए, इससे पहले कभी होता है कि मांगने वाला कह रहा हो? उसके कान पट्टी पे बस्तौल लगाकर, बंदूक लगाकर उससे वीडियो बनवाई गई और फिर उसको कहा गया कि अगर तू मेरे पिताजी के नाम से ये नहीं देगा FCI का काम तो मैं ये वीडियो जनतक करूंगा। सल्फर खा के उस डीएम ने सुसाइड कर ली, डिस्ट्रिक्ट मैनेजर ने। अब बताइए कि एक आदमी सुसाइड करने को मजबूर किया, विषय क्या है? करप्शन का। और भगवंत मान की सरकार, अरविंद केजरीवाल जिसके सुपर सीएम हैं, उन्होंने ना मंत्री पे कार्रवाई की, ना मुकदमा दर्ज किया, ना परिवार पे की, ना पीए पे किया। उसके बाद जब ऑपोजिशन ने बहुत सारा वहां पर शोर मचाना शुरू किया तो लालजीत बुल्लर का रिजाइन लेकर उसको छोड़ दिया गया। कहा गया कि देखिए हमने मंत्री से रिजाइन ले लिया और मुकदमा तक दर्ज नहीं किया। उनकी, लालजीत बुल्लर जी की
धर्मपत्नी श्रीमती उपिंदर कौर, जब उन्होंने कहा कि हम मृतक शरीर का पोस्टमार्टम नहीं होने देंगे जब तक मुकदमा दर्ज नहीं होगा, तो फिर जाकर एफआईआर लॉन्च की गई और एफआईआर फिर से लालजी सिंह भुल्लर पे नहीं की गई, उनके पिताजी पे और उनके पीए पे नहीं दर्ज की गई, अननोन लोगों पे दर्ज की गई। इसके बाद यह मसला लोकसभा में उठा और लोकसभा में उठने के तब तक 48 घंटे मतलब 2 दिन निकल चुके थे। लोकसभा के अंदर कांग्रेस के एमपीओ ने मुद्दे को उठा के माननीय गृह मंत्री अमित शाह जी को आग्रह किया कि आप इसके ऊपर सीबीआई की जांच कीजिए। ऑन द हाउस फ्लोर ऑफ हाउस माननीय गृह मंत्री अमित शाह जी ने यह आश्वासन दिया कि अगर कांग्रेस के एमपी मुझे लिखकर देते हैं तो मैं तुरंत इसकी सीबीआई की इंक्वायरी जांच कराऊंगा। जैसे ही ये खबर लोकसभा की टीवियों पे चलनी शुरू हुई, तुरंत लालजी सिंह को भुल्लर को लगभग 48 घंटे बाद गोविंदगढ़ से गिरफ्तार किया गया और अभी भी उसके पिता को और उसके उस पीए पे अभी तक भी कोई कार्रवाई नहीं की गई। यह बताता है कि किस हद तक अरविंद केजरीवाल जी ने पंजाब के सिस्टम को भ्रष्ट कर दिया, वहां की अफसरशाही। और ये एक विषय नहीं है, मैं इसके आगे भी बताना चाहता हूं। इसी तरह पूरा प्रशासन को वहां पे मजबूर भ्रष्ट कर रखा है। वहां के एक विधायक अमृतपाल सिंह सुखाना, जिसने एसडीएम बबनदीप सिंह वालिया पर भी इसी तरह से दबाव बनाया और कहा कि पंचायत समिति चुनाव में आम आदमी पार्टी के उम्मीदवारों को जिताया जाए। आम आदमी पार्टी उम्मीदवार कैसे जीतते हैं? ये चुनाव नहीं कभी जीत पाते, ये केवल और केवल फ्रॉड से जीतने की कोशिशें करते हैं। पंचायती चुनाव इन्होंने फ्रॉड से वहां पे जीतने की कोशिशें की। अब कहा कि अध्यक्ष और उपाध्यक्ष जो है उसको नियुक्त किया जाए। जब एसडीएम ने इससे इनकार किया तो एसडीएम को कहा, क्या बोला आप सुनिए ध्यान से, तो कहा कि मैं तेरे को गैंगस्टरों से मरवा डालूंगा। एक एमएलए कह रहा है एक एसडीएम को, ये लालू प्रसाद यादव के सुनते थे तब बिहार में, जो पंजाब में सुनने को मिल रहा है कि मैं तेरे को गैंगस्टरों से मरवा दूंगा। ये मैं नहीं कह रहा, ये बकायदा एसडीएम ने डिप्टी कमिश्नर को चिट्ठी लिखकर कहा कि मेरे को मरवाने की धमकी दे रहे हैं कि गैंगस्टर से मरवा देंगे। धमकी कौन दे रहा है? एमएलए। ये अरविंद केजरीवाल की वहां देन है। इसके बाद जब सारी ऑपोजिशन पार्टियों ने इस पे दरवाजा पहुंचाया और ये मसला उच्च न्यायालय गया। अध्यक्ष जी आप सोचिए, एमएलए धमकियां दे रहा है गैंगस्टर्स की मरवाने की, किसको? एसडीएम को। वही सुरक्षित नहीं है पंजाब के अंदर। और फिर उच्च न्यायालय ने कहा इसके ऊपर दोबारा से चुनाव किया जाएगा और 28 तारीख को फिर से चुनाव कराने के आदेश दिए। हाई कोर्ट को इन्वॉल्व होना पड़ा। इस तरह से अरविंद केजरीवाल ने हार कर रखा। और आगे देखिए, इसी तरह उनके एक और एमपी हैं मीत हेयर, उन्होंने भी यही काम किया। एसएचओ लखवीर सिंह के माध्यम से सादे कपड़ों में गए और मनजिंदर सिंह नामक एक व्यक्ति के घर पर गए और उस महिलाओं के साथ इतना दुर्व्यवहार किया, उसको मानसिक तौर पर इतना पीड़ित किया कि मनजिंदर सिंह ने भी एक सल्फास की गोली खा के अपनी जान देनी ठीक समझी। आप बताइए, एमपी के चलते, एमएलए के चलते, मंत्री के चलते लोग सल्फास की गोलियां खा के मर रहे हैं। ऐसा अरविंद केजरीवाल ने पंजाब के हाल बना के रख दिया। एक मैं आगे बताना चाहता हूं, पंजाब को इतना बर्बाद किया है आज। पंजाब के 2 भाई, मैं बड़ा दुख और खेद के साथ कहना पड़ रहा है कि पंजाब के 2 भाई, जिन लोगों को 50 लाख कर्जा हो गया और वो अपने कर्जा देने के स्थिति में नहीं रहे, आम आदमी पार्टी ने फसलों का इतना बर्बादी कर दी और उन्होंने, दोनों भाइयों ने फरीदकोट में हाथ में, एक दूसरे भाई ने हाथ में हाथ पकड़कर, देखिए कितना पीड़ाजनक है, दोनों भाइयों एक दूसरे का हाथ पकड़कर खुदकुशी कर गए ट्रेन के नीचे आके। ट्रेन के नीचे आके ये पंजाब को देन है आम आदमी पार्टी की। भाई सके, आप सोचिए कितना पीड़ाजनक होगा। एक भाई दूसरे भाई को कह रहा है अब अपने पास विकल्प नहीं बचा, आम आदमी पार्टी की बेईमान सरकार आ गई है, हमारे सिर पे करोड़ों 50 लाख रुपया कर्जा चढ़ चुका है, लाखों रुपया कर्जा चुका है, भाई अब हमारे पास बचा कुछ नहीं है। एक भाई ने दूसरे भाई की बाजू पकड़ी और दोनों ने जाके खुदकुशी कर ली। ऐसे में मैं चाहता हूं कि जो पंजाब के हालात बन गए हैं, इसके ऊपर भी हमारे हाउस को, क्योंकि ये बेईमान लोग यहीं से गए हैं, ये पहले यहीं लूटते रहे, इसी विधानसभा में लूट कुसूट की बातें करते रहे। मेरा मानना है इस मसले को भी, पंजाब हमारे परिवार है, पंजाब हमारी जान है, हमारा अन्नदाता है, उनके भी इस पीड़ा के अंदर हमारे इस विधानसभा को शामिल होना चाहिए और इसके चलते भी दोनों विषयों के ऊपर एक निंदा प्रस्ताव लाना चाहिए।